नमस्कार दोस्तों। जैसी करनी वैसी भरनी इस कड़ी में हम आपको हर बार एक नए मास्टर से मिलवाते हैं जो अपने जीवन का अनुभव हमारे साथ साझा करते हैं कि कैसे ध्यान में आने के बाद उन्हें इस वाक्य की सार्थकता समझ में आई। तो आज भी हमारे साथ एक और मास्टर हैं जो आपके साथ अपना अनुभव शेयर करेंगे। और मजे की बात यह है कि आज वो पंजाबी में अपना अनुभव शेयर करेंगे। तो पंजाबी में अगर हम कहें तो होगा जो जो मैं किया सो मैं पाया। इसलिए आज हम उनसे सुनेंगे कि कैसे ध्यान में आकर उन्हें ये कर्म सिद्धांत तो हम सबने बचपन से ही सुना है लेकिन कभी भी समझ नहीं आता था, लेकिन कैसे ध्यान में आने के बाद हमें ये समझ में आया कि हम जिन परिस्थितियों से गुजर रहे हैं, दूसरों को दोष दे रहे हैं, वास्तव में वो हमने ही बीज बोए हैं और जो बोया है वो काटना ही पड़ेगा। ये अटल सिद्धांत है। तो इसलिए हम अपनी गलतियों से सीखते हैं और सारा जीवन सीखते ही रहते हैं, लेकिन ध्यान में आने के बाद वो हमें सीख जल्दी समझ में आ जाती है और हमारा मन शांत हो जाता है, हम दूसरों को दोष नहीं देते। तो इसी कड़ी में आज हमारे साथ सुखविंदर जी हैं, सुखविंदर सिंह जी, जो हमारे साथ अपना ये अनमोल अनुभव साझा करेंगे कि किस तरह जो किया वो पाया, जो बोया वो काटा। सुखविंदर जी, आपका स्वागत है इस मंच पर, ध्यान ज्ञान संगम के इस मंच पर, इस कार्यक्रम में जिसका नाम है जैसी करनी वैसी भरनी। नमस्कार मास्टर, सबको बहुत बहुत नमस्कार। और स्पेशली बहन जी, आप जी को बहुत बहुत नमस्कार। आपका बहुत बहुत धन्यवाद कि आपने इस मंच पे मेरे आपके विचार रखने का मौका दिया है। ये अगर कहो तो मैं पंजाबी ਦੇ ਵਿੱਚ ਬੋਲਾਂ तो ज्यादा बेटर है। पंजाबी पंजाबी। ਜੀ ਜੀ, ਥੈਂਕ ਯੂ। ਮੈਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਇਸ ਮੰਚ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਤੇ ਤੁਸੀਂ ਜਾਣਦੇ ਹੋ ਕਿ ਜਦੋਂ ਤੋਂ ਤੁਸੀਂ ਹੀ ਮੈਨੂੰ ਆਪਣਾ ਹੱਥ ਪਕੜਾ ਕੇ ਮੈਨੂੰ ਇਸ ਸਵਰਗ ਦੇ ਦੁਆਰ ਤੇ ਲੈ ਕੇ ਆਏ ਹੋ ਤੁਸੀਂ। ਤੇ ਇਸ ਦੁਆਰ ਤੇ ਜਦੋਂ ਮੈਂ ਪਹੁੰਚਿਆ, ਮੇਰੇ ਬਹੁਤ ਜ਼ਿਆਦਾ ਕੁਐਸਚਨ ਸੀ ਔਰ ਬਹੁਤ ਜ਼ਿਆਦਾ ਅਸ਼ਾਂਤ ਸੀ ਮਨ। ਫਿਰ ਮੈਂ ਤੁਹਾਡੇ ਤੋਂ ਹਰ ਵਾਰੀ ਬੱਚਿਆਂ ਵਾਂਗ ਪੁੱਛਦਾ ਸੀ ਕਿ ਭੈਣ ਜੀ ਮੈਨੂੰ ਇਹ ਦੱਸੋ, ਮੈਨੂੰ ਹੁਣ ਇਹ ਪ੍ਰੋਬਲਮ ਹੋ ਰਹੀ, ਮੈਨੂੰ ਇਹ ਪ੍ਰੋਬਲਮ ਹੋ ਰਹੀ। ਤੇ ਤੁਸੀਂ ਮੈਨੂੰ ਹਰ ਸਟੈਪ ਬਾय ਸਟੈਪ ਮੈਨੂੰ ਦੱਸਦੇ ਰਹੇ ਕਿ ਹਾਂ ਤੁਸੀਂ ਜੋ ਵੀ ਕਰਨਾ ਹੈ ਨਾ, ਕਿਉਂਕਿ ਤੁਹਾਨੂੰ ਦੇਖੋ ਸਾਨੂੰ ਪਤਰੀ ਜੀ ਨੇ ਇੱਕ ਟੈਕਨੀਕ ਦੱਸ ਦਿੱਤੀ ਹੈ, ਉਸ ਟੈਕਨੀਕ ਤੇ ਹੀ ਚੱਲਣਾ। ਉਹ ਟੈਕਨੀਕ ਹੀ ਤੁਸੀਂ ਸਾਨੂੰ ਦੱਸੀ ਕਿ ਮੈਂ ਤੁਹਾਨੂੰ ਇੱਕ ਵਾਰੀ ਰਸਤਾ ਦੱਸ ਦਿੱਤਾ। ਹੁਣ ਇਸ ਰਸਤੇ ਤੇ ਤੁਸੀਂ ਜਿਨ ਖੋਜਿਆ ਤਿੰਨ ਪਾਇਆ। ਜਿੰਨਾ ਖੋਜੋਗੇ, ਜਿਸ ਤਰੀਕੇ ਨਾਲ ਖੋਜੋਗੇ ਤਦੇ ਹੀ ਪਾਓਗੇ। ਫਿਰ ਤੁਸੀਂ ਜਿਵੇਂ ਕਿਹਾ ਵੀ ਜ਼ਿਆਦਾ ਤੋਂ ਜ਼ਿਆਦਾ ਧਿਆਨ ਕਰੋ ਤੇ ਆਪਣੀ ਅੰਤਰਾਤਮਾ ਵਿੱਚ ਜਾਓ। ਜਦੋਂ ਮੈਂ ਫਿਰ ਧਿਆਨ ਜ਼ਿਆਦਾ ਤੋਂ ਜ਼ਿਆਦਾ ਕੀਤਾ, ਕਿਉਂਕਿ ਮੇਰੇ ਜੋ ਪੇਰੈਂਟਸ ਸੀਗੇ ਤੇ ਸਾਡੇ ਜਿੰਨੇ ਵੀ ਸੀਗੇ, ਉਹ ਪਰਿਵਾਰ ਦੀ ਨਾ ਬਹੁਤ ਵੱਡੀ ਫੈਮਿਲੀ ਸੀ, ਸੋਲਿਡ ਫੈਮਿਲੀ ਸੀ। ਪਰ ਮੈਨੂੰ ਉਸ ਫੈਮਿਲੀ ਚੋਂ ਕਦੀ 1 ਰੁਪਈਆ ਵੀ ਨਹੀਂ ਮਿਲਿਆ। ਤੇ ਮੈਂ ਇਹ ਸੋਚਦਾ ਸੀ ਵੀ ਇਹ ਮੇਰੇ ਨਾਲ ਕਿਉਂ ਹੋ ਰਿਹਾ ਹੈ, ਇਹ ਕੀ ਮਤਲਬ ਹੈ। ਫਿਰ ਤੁਸੀਂ ਜਦੋਂ ਕਿਹਾ ਕਿ ਤੁਸੀਂ ਆਪਣੇ ਆਪ ਵਿੱਚ ਜਾਓ, ਧਿਆਨ ਦੇ ਵਿੱਚ ਜਾਓ ਤੇ ਪਤਾ ਕਰੋ, ਫਿਰ ਮੈਨੂੰ ਇਹ ਆਭਾਸ ਹੋਇਆ ਕਿ ਮੈਂ ਪਿਛਲੇ ਜਨਮ ਦੇ ਵਿੱਚ ਬਹੁਤ ਵੱਡਾ ਸ਼ਾਹੂਕਾਰ ਹਾਂ। ਬਹੁਤ ਮੈਂ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਕਾਗਜ਼ ਰੱਖ ਕੇ ਉਹਨਾਂ ਨੂੰ ਸੂਦ, ਇੰਨਾ ਜ਼ਿਆਦਾ ਸੂਦ ਲਗਾਉਂਦਾ ਸੀ ਕਿ ਉਹਨਾਂ ਦੀ ਜਾਨ ਨਿਕਲ ਜਾਂਦੀ ਸੀ। ਉਹਨਾਂ ਨੂੰ ਪੈਸਾ ਦੇਣਾ ਬੜਾ ਮੁਸ਼ਕਲ ਸੀ। ਇਸ ਤਰੀਕੇ ਨਾਲ ਹੁੰਦਾ ਸੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਕਬਜ਼ਾਉਂਦਾ ਗਿਆ। ਔਰ ਇੱਕ ਵਕਤ ਐਸਾ ਆਇਆ ਕਿ ਮੇਰੇ ਕੋਲ ਰੋਂਦੇ ਕੁਰਲਾਉਂਦੇ ਫੈਮਿਲੀ ਆਈ ਕਿ ਜੀ ਸਾਡੇ ਕੋਲ ਕੁਝ ਨਹੀਂ ਰਿਹਾ, ਸਾਡੇ ਕੋਲ ਬੱਚਿਆਂ ਨੂੰ ਖਾਣ ਜੋਗੇ ਪੈਸੇ ਤੱਕ ਨਹੀਂ ਆ। ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਤੁਸੀਂ ਇੱਥੇ ਅੰਗੂਠਾ ਲਗਾਓ ਤੇ ਆਪਣੀ ਜ਼ਮੀਨ ਜਾਇਦਾਦ ਦੇ ਦਿਓ। ਔਰ ਮੈਂ ਉਹਨਾਂ ਨੂੰ ਲਿਟਰਲੀ ਧੱਕੇ ਮਾਰ ਕੇ ਆਪਣੇ ਘਰੋਂ ਕੱਢ ਦਿੱਤਾ। ਤੇ ਉਦੋਂ ਮੈਨੂੰ ਇਹ ਆਭਾਸ ਹੋਇਆ ਕਿ ਇਹ ਕੌਣ ਆ, ਕਿਹੜਾ ਕਰੂਰ ਬੰਦਾ ਆ। ਫਿਰ ਮੈਨੂੰ ਧਿਆਨ ਦੇ ਵਿੱਚ ਹੀ ਮੈਨੂੰ ਆਵਾਜ਼ ਆਈ ਆਪਣੀ ਅੰਤਰਾਤਮਾ ਤੋਂ ਕਿ ਇਹ ਕਰੂਰ ਆਦਮੀ ਤੂੰ ਹੈ, ਤੂੰ ਇਹ ਕੀਤਾ ਆ। ਤੂੰ ਇਹਨਾਂ ਨੂੰ ਦਾਣੇ ਦਾਣੇ ਵਾਸਤੇ ਮੁਹਤਾਜ ਕੀਤਾ, ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਸਭ ਕੁਝ ਦਬਾਤੀਆਂ, ਘਰ ਤੱਕ ਦਬਾਤੇ। ਉਹ ਉਸ ਚੱਕਰ ਦੇ ਵਿੱਚ ਜਦੋਂ ਮੈਨੂੰ ਇਸ ਚੀਜ਼ ਦਾ ਹੋਇਆ, ਫਿਰ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਇਹ ਜਿਹੜੇ ਕਰਮ ਕੀਤੇ ਆ, ਉਹ ਕਰਮ ਹੀ ਮੇਰੇ ਅੱਗੇ ਆ ਰਹੇ ਆ। ਉਹਨਾਂ ਕਰਮਾਂ ਦੀ ਵਜ੍ਹਾ ਦੇ ਨਾਲ ਹੀ ਇਹ ਸਾਰੇ ਚੀਜ਼ਾਂ ਮੈਂ ਕਰ ਰਿਹਾ। ਫਿਰ ਜਦੋਂ ਮੈਨੂੰ ਧਿਆਨ ਦੇ ਵਿੱਚੋਂ ਇਹ ਆਵਾਜ਼ ਆਈ ਕਿ ਮੈਂ ਇੱਕ ਫੈਮਿਲੀ ਨੂੰ ਦੀ ਜ਼ਮੀਨ ਔਰ ਜਾਇਦਾਦ ਔਰ ਘਰ ਤੱਕ ਉਹਦਾ ਗਿਰਵੀ ਰੱਖ ਕੇ ਉਹਨੂੰ ਈਵਨ ਕਿ ਧੱਕੇ ਮਾਰ ਕੇ ਬਾਹਰ ਕੱਢਿਆ। ਉਹਨੇ ਕਿਹਾ, ਰੋ ਰਿਹਾ ਸੀ, ਬਜ਼ੁਰਗ ਆਦਮੀ ਸੀ ਕਿ ਰੋ ਰਿਹਾ ਸੀ, ਮੈਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਦੇ ਆ ਗਿਆ। ਮੈਂ ਕਿਹਾ ਮੈਨੂੰ ਨਹੀਂ ਕੋਈ ਵੀ ਪਤਾ, ਤੂੰ ਜਾਂ ਤਾਂ ਮੇਰੇ ਪੈਸੇ ਦੇ ਤੇ ਜਾਂ ਆਪਣੇ ਜ਼ਮੀਨ ਤਦ ਲਏਗਾ ਜਾਂ ਸਾਰੇ ਮੇਰੇ ਪੈਸੇ ਦੇਗਾ।
ਤੇ ਮੈਂ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਉਹ ਰੋਂਦਾ ਹੋਇਆ ਨਿਕਲ ਗਿਆ। ਫਿਰ ਮੈਨੂੰ ਹੀ ਆਪਣੇ ਅਹਿਸਾਸ ਹੋਇਆ ਕਿ ਇਹ ਕੌਣ ਬੰਦਾ ਹੈ ਜੋ ਇੰਨਾ ਕਰੂਰ ਹੈ, ਜੋ ਇੰਨਾ ਜ਼ੁਲਮ ਕਰ ਰਿਹਾ ਲੋਕਾਂ ਨਾਲ, ਤੇ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋ ਕੇ ਵੀ ਇਹਨੂੰ ਤਸੱਲੀ ਨਹੀਂ ਹੋ ਰਹੀ। ਤੇ ਮੈਨੂੰ ਅੰਤਰ ਆਤਮਾ ਦੀ ਆਵਾਜ਼ ਆਈ ਕਿ ਇਹ ਤੂੰ ਹੀ ਹੈ, ਇਹ ਤੂੰ ਹੀ ਕੰਮ ਕੀਤੇ ਹੋਏ ਜਿਹੜੇ ਕਰਮ ਹੈ। ਤੇ ਫਿਰ ਜਦੋਂ ਮੈਂ ਇਹ ਕੀਤਾ ਤੇ ਫਿਰ ਮੈਂ ਇਹਨੂੰ ਆਪਣੇ ਅੰਦਰੋਂ ਹੀ ਸਵਾਲ ਕੀਤਾ ਕਿ ਹੁਣ ਮੈਂ ਇਹਦਾ ਕੀ ਕਰਾਂ, ਇਹਦਾ ਕੀ ਪਛਤਾਵਾ ਹੈ। ਕਹਿੰਦੇ ਵੀ ਇਹਨਾਂ ਸਾਰੀਆਂ ਤੋਂ ਮਾਫੀ ਮੰਗੋ, ਤੇ ਜਿੱਦਾਂ ਜਿੱਦਾਂ ਤੁਸੀਂ ਇਹਨਾਂ ਦੇ ਨਾਲ ਕਰਮ ਕੀਤੇ ਆ, ਇਹ ਤੁਹਾਨੂੰ ਕਰਮਾਂ ਦਾ ਹੀ ਤੁਹਾਡੇ ਨੂੰ ਵਾਪਸ ਆ ਰਿਹਾ ਹੈ। ਇਹ ਕਰਮ ਜਿਹੜੇ ਹੈਗੇ, ਇਹਨਾਂ ਕਰਮਾਂ ਨੂੰ ਤੁਸੀਂ ਵਾਪਸ ਦੇਣਾ ਹੀ ਪਏਗਾ ਤੁਹਾਨੂੰ। ਫਿਰ ਮੈਂ ਉਹਨਾਂ ਤੋਂ ਅੱਧਾ ਪੌਣਾ ਘੰਟਾ ਮੈਂ ਰੋਂਦਾ ਰਿਹਾ, ਉਹਨਾਂ ਤੋਂ ਮਾਫੀ ਮੰਗਦਾ ਰਿਹਾ ਕਿ ਹਾਂ ਜੀ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਗਲਤੀ ਹੋ ਗਈ। ਫਿਰ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਦੋਂ ਮੈਂ ਉੱਠਿਆ, ਫਿਰ ਮੈਂ ਧਿਆਨ ਤੋਂ ਵਿੱਚ ਉੱਠ ਕੇ ਫਿਰ ਮੈਂ ਕਈ ਦਿਨਾਂ ਤੱਕ ਦੁਖੀ ਰਿਹਾ। ਫਿਰ ਮੈਂ ਆਪਣੀ ਜੋ ਮੇਰੇ ਮਾਤਾ ਔਰ ਪਿਤਾ ਦੀ ਆਤਮਾ ਦੇ ਨਾਲ ਮੈਂ ਕਨੈਕਟ ਹੋਇਆ, ਉਹਨਾਂ ਨੂੰ ਕਿਹਾ ਕਿ ਹਾਂ ਜੀ ਮੈਂ ਤੁਹਾਨੂੰ ਸਾਰੀ ਉਮਰ ਇਹੋ ਹੀ ਉਲਾਮੇ ਦਿੰਦਾ ਰਿਹਾ ਕਿ ਤੁਸੀਂ ਮੈਨੂੰ ਕੁਝ ਨਹੀਂ ਦਿੱਤਾ, ਤੁਸੀਂ ਮੈਨੂੰ ਕੁਝ ਨਹੀਂ ਦਿੱਤਾ, ਤੁਸੀਂ ਮੈਨੂੰ ਆਪਣਾ ਈਵਨ ਕਿ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਮਤਿਆ ਬੱਚਾ ਹੀ ਸਮਝਦੇ ਹੋ। ਤੇ ਉਹ ਕਦੀ ਦੁਖੀ ਹੁੰਦੇ ਸੀ, ਕਦੀ ਉਹ ਕਹਿੰਦੇ ਵੀ ਨਹੀਂ ਐਸਾ ਨਹੀਂ ਬੇਟਾ, ਐਸਾ ਨਹੀਂ। ਪਰ ਜਦੋਂ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਹਾਂ ਇਹ ਸਾਰੇ ਕਰਮ ਜਿਹੜੇ ਕੀਤੇ ਹੋਏ ਉਹ ਮੇਰੇ ਹੀ ਮੈਨੂੰ ਅੱਗੇ ਮਿਲ ਰਹੇ ਆ, ਫਿਰ ਮੈਂ ਉਹਨਾਂ ਦੀ ਆਤਮਾ ਤੋਂ ਵੀ ਮਾਫੀ ਮੰਗੀ ਕਿ ਹਾਂ ਜੀ ਮੈਨੂੰ ਮਾਫ ਕਰੋ, ਮੈਂ ਤੁਹਾਨੂੰ ਮਰਦੇ ਦਮ ਤੱਕ ਮੈਂ ਤੁਹਾਡੇ ਨਾਲ ਜਿਹੜੇ ਕਰਦਾ ਰਿਹਾ ਕਿ ਹਾਂ ਕਿ ਮੈਂ ਤੁਹਾਡੇ ਨਾਲ ਨਫ਼ਰਤ ਕਰਦਾ ਰਿਹਾ ਕਿ ਨਹੀਂ ਮੇਰੇ ਮਾਂ ਪਿਓ ਠੀਕ ਨਹੀਂ, ਮੇਰੇ ਮਾਂ ਪਿਓ ਠੀਕ ਨਹੀਂ। ਪਰ ਹੌਲੀ 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 ਜੈਸੇ ਜੈਸੇ ਉਹ ਮੇਰਾ ਸਾਰਾ ਪਾਪ ਧੁਲਦਾ ਗਿਆ, ਹੁਣ ਮੈਨੂੰ ਇੰਨਾ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਇਹ ਮੇਰੇ ਹੀ ਕਰਮ ਹੈ। ਔਰ ਹੁਣ ਧੀਰੇ 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 ਸਾਰੀਆਂ ਚੀਜ਼ਾਂ ਸਮੂਥ ਹੋ ਰਹੀਆਂ, ਔਰ ਹਰ ਚੀਜ਼ ਦਾ ਹੁਣ ਮੈਨੂੰ ਆਭਾਸ ਹੋ ਗਿਆ। ਤੇ ਹੁਣ ਮੈਂ ਇਸ ਚੀਜ਼ ਤੋਂ ਮਾਫੀ ਵੀ ਮੰਗੀ ਆ, ਤੇ ਅੱਗੇ ਤੋਂ ਮੈਂ ਇਹ ਕਰਮ ਦੀ ਤੌਬਾ ਕੀਤੀ, ਅੱਗੇ ਤੋਂ ਕਦੀ ਵੀ ਕਿਸੇ ਦੇ ਨਾਲ ਨਾ ਮਾੜਾ ਕਰਮ ਕਰਨਾ, ਤੇ ਨਾ ਹੀ ਕਿਸੇ ਦੇ ਵਾਸਤੇ ਇਹ ਮਾੜਾ ਗੱਲ ਸੁਣਨੀ ਹੈ। ਕੀ ਤੁਹਾਨੂੰ ਇਸ ਤਰ੍ਹਾਂ ਲੱਗਾ ਕਿ ਇਹ ਜਿਹੜਾ ਤੁਹਾਡੇ ਇਹ ਕਰਮ ਤੁਹਾਡੇ ਸਾਹਮਣੇ ਆਇਆ ਤੇ ਕੀ ਤੁਹਾਡੇ ਬਿਜ਼ਨਸ ਵਿੱਚ ਜਾਂ ਤੁਹਾਡੇ ਫੈਮਿਲੀ ਤੇ ਵੀ ਉਹਦਾ ਅਸਰ ਹੋਇਆ? ਜੀ ਬਿਲਕੁਲ, ਮੇਰੇ ਜਿਹੜੇ ਹੁਣ ਭੈਣ ਭਰਾ ਸੀਗੇ ਉਹ ਸਾਰੇ ਹੀ ਮੈਨੂੰ ਮੈਂ ਉਹਨਾਂ ਨੂੰ ਬਿਲਕੁਲ ਕੱਟ ਆਊਟ ਕਰ ਦਿੱਤਾ ਸੀਗਾ ਕਿ ਮੈਂ ਇਹਨਾਂ ਨੂੰ ਮਿਲਣਾ ਨਹੀਂ ਹੈ, ਮੈਂ ਇਹਨਾਂ ਦੀ ਜ਼ਿੰਦਗੀ 'ਚ ਇਹਨਾਂ ਦੀ ਸ਼ਕਲ ਤੱਕ ਨਹੀਂ ਦੇਖਣੀ। ਪਰ ਜਿੱਦਾਂ 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 ਹੁਣ ਮੈਨੂੰ ਇਹ ਅਹਿਸਾਸ ਹੋਇਆ ਕਿ ਹਾਂ ਇਹ ਮੇਰੇ ਹੀ ਕਰਮ ਸੀਗੇ, ਮੈਂ ਗਲਤ ਕੀਤਾ ਸੀ ਤੇ ਮੈਂ ਇਹਨਾਂ ਤੋਂ ਚੀਜ਼ਾਂ ਖੋਈਆਂ ਆ। ਤੁਸੀਂ ਜਿੱਦਾਂ ਮੈਂ ਧਿਆਨ ਦੇ ਵਿੱਚ ਗਿਆ, ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਜਿੰਨੇ ਵੀ ਜਿਨ੍ਹਾਂ ਨੂੰ ਮੈਂ ਕੁੱਟਮਾਰ ਕਰਕੇ ਭਜਾ ਕੇ ਗਾਲਾਂ ਕੱਢ ਕੇ ਭਜਾਉਂਦਾ ਰਿਹਾ, ਉਹ ਸਾਰੇ ਮੇਰੇ ਭੈਣ ਭਰਾ ਬਣ ਕੇ ਹੀ ਮੇਰੇ ਇਸ ਜਨਮ ਦੇ ਵਿੱਚ ਆਏ ਆ। ਤੇ ਹੁਣ ਉਹਨਾਂ ਤੋਂ ਮਾਫੀ ਮੰਗ ਕੇ ਉਹਨਾਂ ਨੇ ਕਰਾਂ। ਔਰ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਅਪ ਡਾਊਨ ਸੀ, ਸਪੈਸ਼ਲੀ ਭੌਤਿਕ ਤੌਰ ਤੇ ਜਿਹੜੇ ਸੀ ਪੈਸੇ ਧੇਲੇ ਵੱਲੋਂ, ਉਹ ਹੁਣ ਹੌਲੀ 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 ਸਮੂਥ ਹੋਣਾ ਸ਼ੁਰੂ ਹੋ ਗਈ ਆ। ਔਰ ਮੈਨੂੰ ਹੁਣ ਜੇ ਮੈਂ ਦਿਨ ਦਾ 1000 ਰੁਪਈਆ ਵੀ ਕਮਾਉਣਾ ਤੇ ਮੈਂ ਇਹ ਸੋਚਦਾ ਕਿ ਨਹੀਂ, ਮੈਨੂੰ ਆਪਣਾ ਦਸਵੰਧ ਕੱਢ ਕੇ ਆਪਣਾ ਉਹ ਕਰਜ਼ ਹੌਲੀ 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 ਇਹ ਵਾਪਿਸ ਕਰਨਾ ਹੈ, ਇਹ ਸਮਾਜ ਨੂੰ ਵਾਪਿਸ ਕਰਨਾ। ਬਹੁਤ ਵਧੀਆ, ਬਹੁਤ ਹੀ ਰੋਂਗਟੇ ਖੜੇ ਕਰ ਦੇਣੇ ਵਾਲਾ ਤੁਸੀਂ ਅਨੁਭਵ ਸ਼ੇਅਰ ਕੀਤਾ ਤੇ ਬਹੁਤ ਹੀ ਕਮਾਲ ਦਾ ਅਨੁਭਵ ਤੁਹਾਡਾ। ਔਰ ਇੱਕ ਤੁਸੀਂ ਇਹ ਵੀ ਇੱਕ ਵਾਰ ਸ਼ੇਅਰ ਕੀਤਾ ਸੀ ਕਿ ਤੁਹਾਡੇ ਦਰਦ ਹੋ ਰਹੀ ਸੀ ਗੋਡੇ ਨੂੰ ਤੇ ਫਿਰ ਤੁਹਾਨੂੰ ਲੱਗਾ ਕਿ ਇੰਨੀ ਦਰਦ ਕਿਉਂ ਹੋ ਰਹੀ ਹੈ, ਤੇ ਉਹ ਵੀ ਅਗਰ ਤੁਸੀਂ ਸ਼ੇਅਰ ਕਰੋ ਤੇ ਬਹੁਤ ਅੱਛਾ ਰਹੇਗਾ। ਜੀ ਜੀ ਜੀ, ਹਾਂਜੀ। ਮੈਂ ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਆਇਆ ਸੀਗਾ ਜੀ, ਤੇ ਸਿਹਤ ਪੱਖੋਂ ਮੈਂ ਬਹੁਤ ਜ਼ਿਆਦਾ ਹੀ ਪਰੇਸ਼ਾਨ ਸੀਗਾ। ਔਰ ਮੈਨੂੰ ਇਹਦੇ ਵਿੱਚ ਕੋਈ ਸ਼ਰਮ ਨਹੀਂ ਮਹਿਸੂਸ ਹੁੰਦੀ ਕਿਉਂਕਿ ਅਸੀਂ ਸਰਦਾਰ ਫੈਮਲੀਆਂ ਦੇ ਵਿੱਚ ਨੌਨ ਵੈਜ ਤੇ ਡਰਿੰਕ ਵਗੈਰਾ ਬਹੁਤ ਚੱਲਦੀ ਸੀ, ਉਹ ਘਰ ਦੇ ਵਿੱਚ ਚੱਲਦੀ ਸੀ। ਔਰ ਘਰ ਦੇ ਵਿੱਚ ਬਹੁਤ ਅਸ਼ਾਂਤੀ ਵੀ ਹੁੰਦੀ ਸੀ। ਜਿੱਦਾਂ ਜਿੱਦਾਂ ਮੈਂ ਯੂਜ਼ ਕਰਦਾ ਸੀ ਤੇ ਬਹੁਤ ਅਸ਼ਾਂਤੀ ਹੁੰਦੀ ਸੀ, ਘਰ ਦੇ ਵਿੱਚ ਲੜਾਈ ਹੁੰਦੀ ਸੀ, ਤੇ ਸਪੈਸ਼ਲੀ ਪਤਨੀ ਦੇ ਨਾਲ ਤੇ ਬੱਚਿਆਂ ਦੇ ਵਾਸਤੇ ਵੀ। ਪਰ ਜਿੱਦਾਂ ਜਿੱਦਾਂ ਮੈਂ ਜਦੋਂ ਧਿਆਨ ਦੇ ਵਿੱਚ ਉਤਰਿਆ, ਤੇ ਮੈਂ ਉਸ ਦੇ ਵਿੱਚ ਉਤਰਦਿਆਂ ਹੋਇਆ ਉਹ ਜਿਹੜੀ ਸਰੀਰ ਦੀਆਂ ਅਸ਼ੁੱਧੀਆਂ ਸੀਗੀਆਂ ਨਾ, ਤੇ ਮੈਂ ਇਹੋ ਹੀ ਮੈਨੂੰ ਵੀ ਸੀ ਕਿ ਕਦੀ ਮੇਰੇ ਦਰਦ ਹੋ ਰਹੀ, ਕਦੀ ਕੁਛ ਹੋ ਰਿਹਾ, ਕਦੀ ਕੁਛ ਹੋ ਰਿਹਾ। ਫਿਰ ਮੈਂ ਆਪ ਜੀ ਤੋਂ ਹੀ ਕੁਐਸਚਨ ਕੀਤਾ ਸੀ ਕਿ ਭੈਣ ਜੀ ਮੇਰੇ ਨਾ ਸਰੀਰ ਬੜਾ ਦੁਖੀ ਹੁੰਦਾ, ਸਪੈਸ਼ਲੀ ਮੇਰਾ ਜਿਹੜਾ ਰਾਈਟ ਸਾਈਡ ਦਾ ਗੋਡਾ ਉਹ ਬਹੁਤ ਦਰਦ ਕਰਦਾ। ਤੇ ਤੁਸੀਂ ਕਿਹਾ ਜੀ ਨਹੀਂ, ਤੁਸੀਂ ਆਪ ਧਿਆਨ ਦੇ ਵਿੱਚ ਜਾ ਕੇ ਉਤਰੋ, ਤੁਹਾਨੂੰ ਹਰ ਚੀਜ਼ ਦਾ ਆਨਸਰ ਮਿਲੇਗਾ, ਔਰ ਹਰ ਚੀਜ਼ ਦਾ ਆਨਸਰ ਤੁਹਾਨੂੰ ਧਿਆਨ ਦੇ ਵਿੱਚੋਂ ਹੀ ਮਿਲਣਾ ਹੈ। ਫਿਰ ਮੈਂ ਜਦੋਂ ਧਿਆਨ ਦੇ ਵਿੱਚ ਬੈਠਿਆ, ਮੈਂ 1 ਘੰਟੇ ਤੋਂ 2 ਘੰਟੇ 3 ਘੰਟੇ ਤੱਕ ਵੀ ਮੈਂ ਧਿਆਨ ਕੀਤਾ। ਫਿਰ ਮੈਨੂੰ ਉਸ ਧਿਆਨ ਦੇ ਵਿੱਚ ਹੀ ਇਹ ਅਨੁਭੂਤੀ ਹੋਈ ਕਿ ਮੈਂ ਪਿਛਲੇ ਜਨਮ ਦੇ ਵਿੱਚ ਸ਼ਾਹੂਕਾਰ ਆ। ਔਰ ਮੈਨੂੰ 4 ਆਦਮੀ ਜਿਹੜੀ ਕਾਂਡੀ ਹੁੰਦੀ ਹੈ ਨਾ, ਆਪਣੇ ਪੰਜਾਬ 'ਚ ਕਹਿੰਦੇ ਆ, 4 ਬੰਦਿਆਂ ਦੀ ਕਾਂਡੀ ਤੇ ਚੱਕ ਕੇ ਉਹ ਮੈਨੂੰ ਲੈ ਕੇ ਜਾ ਰਹੇ ਆ।
ਤੇ ਉਹ ਜਦੋਂ 4 ਬੰਦੇ ਚੱਕ ਕੇ ਆਇਆ ਤੇ ਮੇਰੇ ਰਾਈਟ ਸਾਈਡ ਤੇ ਜਿਹੜਾ ਬੰਦਾ ਬਹੁਤ ਹੀ ਕਮਜ਼ੋਰ ਤੇ ਪਤਲਾ ਜਿਹਾ ਹੈ, ਤੇ ਬਾਰਿਸ਼ ਪੈ ਰਹੀ ਹੈ ਔਰ ਖੇਤਾਂ ਦੇ ਵਿੱਚ ਮੈਂ ਜਾ ਰਿਹਾ, ਤੇ ਮੈਂ ਉਹਨੂੰ ਕਹਿ ਰਿਹਾ ਜਲਦੀ ਕਰੋ ਜਲਦੀ ਕਰੋ, ਤੇ ਮੈਂ ਉਹਨੂੰ ਜ਼ੋਰ ਦੀ ਆਪਣੀ ਲੱਤ ਮਾਰਦਾ ਆ ਉਹਦੇ, ਤੇ ਉਹ ਵਿਚਾਰਾ ਡਿੱਗ ਜਾਂਦਾ ਹੈ, ਪਰ ਡਿੱਗਦਾ ਡਿੱਗਦਾ ਉਹ ਰੋਂਦਾ ਆ, ਤੇ ਫਿਰ ਮੈਂ ਉਹਨੂੰ ਕਹਿੰਦਾ, ਉਹ ਆਤਮਾ ਹੀ ਵਿੱਚੋਂ ਹੀ ਫਿਰ ਮੈਨੂੰ ਆਵਾਜ਼ ਆਉਂਦੀ ਆ, ਮੈਂ ਉਹਨੂੰ ਪੁੱਛਦਾ ਵੀ ਇਹ ਕੌਣ ਹੈ ਜਿਹੜਾ ਇੰਨਾ ਕਰੂਰ ਆਦਮੀ ਹੈ, ਤਾਂ ਮੈਨੂੰ ਆਵਾਜ਼ ਆਉਂਦੀ ਕਿ ਇਹ ਕਰੂਰ ਆਦਮੀ ਤੂੰ ਹੈਗਾ, ਤੇ ਤੂੰ ਇਹ ਕੰਮ ਕੀਤਾ ਹੈ। ਫਿਰ ਮੈਂ ਉਸ ਬੰਦੇ ਤੋਂ ਮਾਫੀ ਮੰਗਦਾ ਆ, ਉਹ ਤੋਂ ਰੋ ਰੋ ਕੇ ਮਾਫੀ ਮੰਗੀ, ਕਾਫੀ ਦੇਰ ਤੱਕ ਮੈਂ ਉਹ ਤੋਂ ਮਾਫੀਆਂ ਮੰਗਦਾ ਰਿਹਾ। ਫਿਰ ਜਿੱਦਾਂ ਉਹ ਮਾਫੀ ਮੰਗਣ ਤੋਂ ਬਾਅਦ ਮੈਂ ਉੱਠਿਆ, ਮੈਂ ਧਿਆਨ ਦੇ ਵਿੱਚੋਂ ਬਾਹਰ ਨਿਕਲਿਆ, ਔਰ ਕੁਝ ਦਿਨਾਂ ਬਾਅਦ ਮੇਰਾ ਉਹ ਕਮ ਸੇ ਕਮ ਨਹੀਂ 80-90% ਉਹ ਮੇਰਾ ਦਰਦ ਦੂਰ ਹੋ ਗਿਆ, ਔਰ ਹੁਣ ਮੈਂ ਬਿਲਕੁਲ ਫਿਟ ਹਾਂ, ਫਾਈਨ ਐਂਡ ਫਿਟ ਹਾਂ, ਹਰ ਤਰੀਕੇ ਦੇ ਨਾਲ ਹੁਣ ਚੱਲਦਾ ਫਿਰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਔਰ ਐਸੇ ਲਈ ਪਤਰੀ ਸਰ ਕਹਿੰਦੇ ਨੇ ਕਿ ਕੋਈ ਇਹ ਸ਼ਾਰਟਕਟ ਨਹੀਂ ਹੈ ਕਿ ਤੁਸੀਂ ਕਰਮ ਕੀਤਾ ਔਰ ਤੁਸੀਂ ਕਿਹਾ ਕਿ ਮੈਨੂੰ ਮਾਫ ਕਰ ਦਿਓ, ਤੇ ਕਦੀ ਵੀ ਤੁਸੀਂ ਮਰਡਰ ਵੀ ਕਰੋ ਔਰ ਤੁਹਾਨੂੰ ਬਾਅਦ ਚੋਂ ਲੱਗੇ ਕਿ ਮੈਂ ਪਛਤਾਤਾਪ ਕਰ ਲਵਾਂ, ਮੈਨੂੰ ਮਾਫ ਕਰ ਦੇ ਜੱਜ, ਤੇ ਕਦੀ ਵੀ ਮਾਫ ਨਹੀਂ ਕਰਦਾ, ਤੇ ਤੁਹਾਨੂੰ ਉਹ ਸਜ਼ਾ ਭੋਗਣੀ ਪੈਂਦੀ ਹੈ। ਪਰ ਅੱਗੋਂ ਤੁਸੀਂ ਸਬਕ ਸਿੱਖ ਲੈਂਦੇ ਹੋ, ਅੱਛੇ ਕਰਮ ਕਰਦੇ ਹੋ, ਤੇ ਜੇ ਤੁਹਾਡੀ 20 ਸਾਲ ਦੀ ਸਜ਼ਾ ਹੈ ਤੇ ਅੱਛੇ ਕਰਮ ਕਰਨ ਨਾਲ ਹੋ ਸਕਦਾ ਤੁਹਾਨੂੰ 15 ਸਾਲ 'ਚ ਛੁੱਟੀ ਮਿਲ ਜਾਏ। ਮਤਲਬ 80-90% ਕਰਮ ਸਾਨੂੰ ਭੋਗਣਾ ਹੀ ਪੈਂਦਾ ਹੈ, ਲੈਸਨ ਸਿੱਖਣਾ ਹੀ ਪੈਂਦਾ ਹੈ। ਉਹ ਤੁਹਾਡੇ ਐਕਸਪੀਰੀਅੰਸ ਤੋਂ ਬਹੁਤ ਅੱਛੇ ਸੇ ਸਮਝ ਆਇਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਬਹੁਤ ਹੀ ਵਧੀਆ ਐਕਸਪੀਰੀਅੰਸ ਸ਼ੇਅਰ ਕੀਤਾ, ਔਰ ਜਿਹੜੇ ਵੀ ਇਹ ਸੁਣਨਗੇ ਉਹਨਾਂ ਨੂੰ ਕਰਮ ਸਿਧਾਂਤ ਦੇ ਬਾਰੇ ਚ ਹੋਰ ਅੱਛੀ ਤਰ੍ਹਾਂ ਸਮਝ ਆਏਗੀ ਕਿ ਅਸੀਂ ਜਿਹੜਾ ਪਤਰੀ ਸਰ ਸਾਨੂੰ ਕਹਿੰਦੇ ਨਾ, ਸੋਚ ਸੋਚ ਕੇ ਸੋਚੋ, ਸੋਚ ਸੋਚ ਕੇ ਬੋਲੋ, ਉਹ ਬਿਲਕੁਲ ਸਹੀ ਗੱਲ ਹੈ, ਕਿਉਂਕਿ ਜੋ ਸੋਚਾਂਗੇ, ਜੋ ਬੋਲਾਂਗੇ, ਜੋ ਕਰਾਂਗੇ, ਉਹ ਆਪਣੇ ਉੱਤੇ ਹੀ ਵਾਪਸ ਆਏਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਬਹੁਤ।